ਇਕੱਲੇ ਜਿਸ ਤਰ੍ਹਾਂ ਇਹ ਖਰੜਾ ਤਿਆਰ ਹੋ ਕੇ ਸਰਕਾਰ ਨੇ ਕੱਲ੍ਹ ਪਾਸ ਕੀਤਾ ਹੈ ਕੈਬਨਿਟ ਦੇ ਵਿੱਚ, ਕੁਝ ਜ਼ਿਆਦਾ ਕੁਛ ਤਾਂ ਨਹੀਂ ਪੜ੍ਹਿਆ, ਲੇਕਿਨ ਜਿਹੜੀਆਂ ਮੋਟੀਆਂ-ਮੋਟੀਆਂ ਗੱਲਾਂ ਮੈਂ 10-12 ਪੜ੍ਹੀਆਂ ਨੇ, ਮੈਨੂੰ ਉਹਦੇ ਵਿੱਚ ਬਹੁਤ ਵਧੀਆ ਗੱਲ ਲੱਗੀ। ਇੱਕ ਗੱਲ ਤਾਂ ਮੈਨੂੰ ਇਹ ਚੰਗੀ ਲੱਗੀ ਵੀ ਜਿਸ ਤਰ੍ਹਾਂ ਆਪਾਂ ਸਾਰੇ ਜਿਹੜੇ ਸਮਾਜ ਦੇ ਵਿੱਚ ਵਿਚਰਦੇ ਹਾਂ, ਆਪਣਾ ਖਿਆਲ ਕੀ ਸੀਗਾ ਵੀ ਜਿਹੜੀਆਂ ਸਰਕਾਰਾਂ ਨੇ ਵੀ ਇਹ ਵਿੱਦਿਆ ਦੇ ਮਤਲਬ ਖੇਤਰ ਦੇ ਵਿੱਚ ਵੀ ਕੁਛ ਨਵਾਂ ਨਹੀਂ ਕਰ ਰਹੀਆਂ। ਠੀਕ ਹੈ, ਇੱਕ ਤਾਂ ਮੈਨੂੰ ਇਹ ਖੁਸ਼ੀ ਹੈ ਵੀ ਸਰਕਾਰ ਨੇ ਮਤਲਬ ਪੜ੍ਹਾਈ ਦੇ ਵਾਸਤੇ, ਬੱਚਿਆਂ ਦੇ ਵਾਸਤੇ ਕੁਛ ਸੋਚੇ, ਭਾਰਤ ਦੇ ਵਾਸਤੇ। ਅਤੇ ਦੂਜਾ ਗੱਲ ਵੀ ਜਿਹੜੀਆਂ ਮੈਨੇ ਉਹਦੇ ਵਿੱਚੋਂ, ਬਾਕੀ ਤਾਂ ਜਦੋਂ ਗਰਾਊਂਡ ਲੈਵਲ 'ਤੇ ਗੱਲ ਆਉਂਦੀ ਹੈ ਫਿਰ ਪਤਾ ਲੱਗੂਗਾ, ਜਦੋਂ ਆਪਣੇ ਆ ਕੇ ਜਦੋਂ ਕਾਲਜ ਦੇ ਵਿੱਚ, ਸਕੂਲਾਂ ਦੇ ਵਿੱਚ ਬੱਚਿਆਂ ਦੇ ਵਿੱਚ ਦੀ ਇਹ ਪਾਲਿਸੀ ਪੂਰੀ ਤਰ੍ਹਾਂ ਖਰੜਾ ਤਿਆਰ ਹੋ ਕੇ ਉਹਨਾਂ ਦੇ ਵਿੱਚ ਦੀ ਵਿਚਰੂਗਾ, ਆਪਾਂ ਨੂੰ ਫਿਰ ਇਸ ਗੱਲ ਦਾ ਪਤਾ ਲੱਗੂਗਾ। ਪਰ ਜਿਸ ਤਰ੍ਹਾਂ ਉਹਨਾਂ ਨੇ ਇਹ ਕੀਤਾ ਹੈ ਵੀ ਜਿਸ ਤਰ੍ਹਾਂ 5ਵੀਂ ਤੱਕ ਦੀ ਜਿਹੜੀ ਪੜ੍ਹਾਈ ਹੈ ਵੀ ਉਹ ਸਟੇਟ, ਜਿਸ ਤਰ੍ਹਾਂ ਆਪਾਂ ਪੰਜਾਬੀ ਬੋਲਦੇ ਆਂਗੇ ਵੀ ਪੰਜਾਬੀ ਦੇ ਵਿੱਚ ਹੀ ਕਰਵਾਈ ਜਾਊਗੀ। ਇਹ ਬਹੁਤ ਵੱਡੀ ਮੰਗ ਸੀਗੀ। ਜਿਹੜੇ ਬੁੱਧੀਜੀਵੀ ਨੇ ਉਹ ਪਹਿਲਾਂ ਤੋਂ ਹੀ, ਜਿਹੜੇ ਮਤਲਬ ਕਿ ਸਿੱਖਿਆ ਦੇ ਨਾਲ ਜੁੜੇ ਹੋਏ ਬੁੱਧੀਜੀਵੀ ਨੇ, ਉਹ ਇਹ ਗੱਲ 'ਤੇ ਜ਼ੋਰ ਦੇ ਰਹੇ ਸੀਗੇ ਵੀ ਇਹ ਮਤਲਬ ਵੀ ਬਹੁਤ ਵੱਡਾ ਬੱਚਿਆਂ ਦੇ ਉੱਤੇ ਬੋਝ ਹੈ। ਕੌਨਵੈਂਟ ਸਕੂਲ ਦੇ ਵਿੱਚੋਂ ਜਾਂਦੇ ਨੇ, ਘਰੇ ਉਹ ਪੰਜਾਬੀ ਬੋਲਦੇ ਨੇ। ਸੋ ਇਹ ਗੱਲ ਮੈਨੂੰ ਬਹੁਤ ਅੱਛੀ ਲੱਗੀ। ਇੱਕ ਜਿਸ ਤਰ੍ਹਾਂ PhD ਕਰਦੇ ਸੀਗੇ ਬੱਚੇ, ਅਤੇ ਪਹਿਲਾਂ ਉਹਨਾਂ ਨੂੰ MPhil ਕਰਨੀ ਵੀ ਪੈਂਦੀ ਸੀਗੀ, ਇਸ ਤਰ੍ਹਾਂ ਦੀਆਂ ਕਈ ਸੋਧ ਕੀਤੀਆਂ ਨੇ ਇਹਨਾਂ ਨੇ। ਅਤੇ ਹੋਰ ਵੀ ਕਈ ਕੀਤਾ, ਜਿਸ ਤਰ੍ਹਾਂ ਕਿ ਗ੍ਰੈਜੂਏਸ਼ਨ ਲੈਵਲ 'ਤੇ ਗੱਲ ਕੀਤੀ ਹੈ ਵੀ ਜੇ ਕੋਈ 1 ਸਾਲ ਲਾਉਂਦਾ ਹੈ ਤਾਂ ਉਹਨਾਂ ਨੂੰ ਸਰਟੀਫਿਕੇਟ ਦੇਵਾਂਗੇ, ਜੇ 2 ਸਾਲ ਲਾਉਂਦਾ ਹੈ ਤਾਂ ਉਹਨਾਂ ਨੂੰ ਆਪਾਂ ਡਿਪਲੋਮਾ ਦੇਵਾਂਗੇ, 3 ਸਾਲਾਂ 'ਚ ਆਪਾਂ ਗ੍ਰੈਜੂਏਸ਼ਨ ਕੰਪਲੀਟ ਹੋਊਗੀ। ਇਹ ਜਿਹੜਾ ਬੱਚਾ ਕੋਈ ਦੇਖੋ ਲੰਬਾ ਲੈਵਲ ਹੁੰਦਾ 3 ਸਾਲ ਦਾ ਹੁੰਦਾ, ਕਿਸੇ ਦੀ ਮਜਬੂਰੀ ਵੀ ਹੋ ਜਾਂਦੀ ਹੈ, ਛੁੱਟ ਗਿਆ ਵਿੱਚੋਂ ਸਾਲ ਛੁੱਟ ਗਿਆ, ਤਾਂ ਉਹਨੂੰ ਵੀ ਮਤਲਬ ਵਾਂਝਾ ਨਹੀਂ ਰੱਖਿਆ ਜਾਊਗਾ ਸਿੱਖਿਆ ਤੋਂ, ਅਤੇ ਉਹਨਾਂ ਨੂੰ ਵੀ ਕੁਛ ਨਾ ਕੁਛ ਮਿਲੂਗਾ। ਇੱਕ ਇਹਨਾਂ ਨੇ ਹੋਰ ਰੱਖਿਆ ਵੀ ਜੇ ਕੋਈ ਤੁਸੀਂ ਮਤਲਬ ਗ੍ਰੈਜੂਏਸ਼ਨ ਕਰ ਰਹੇ ਹੋ, ਉਹਨੂੰ ਕੋਰਸ ਨੂੰ ਚੇਂਜ ਕਰਨਾ ਚਾਹੁੰਦੇ ਹੋ, ਤਾਂ ਉਹ ਵੀ ਤੁਹਾਡੇ ਜੇ ਸਾਲ 2 ਸਾਲ ਜਿੰਨੇ ਵੀ ਤੁਹਾਡੇ ਪਹਿਲੇ ਕੋਰਸ ਚਲਾਏ ਨੇ ਉਹ ਇਨਕਲੂਡ ਹੋ ਜਾਣਗੇ ਵਿੱਚ। ਸੋ ਮੈਨੂੰ ਜਿੱਥੇ ਤੱਕ ਮੇਰਾ ਨਿੱਜੀ ਵਿਚਾਰ ਹੈ, ਮੈਨੂੰ ਇਹ ਬਹੁਤ ਵਧੀਆ ਲੱਗਿਆ। ਬਾਕੀ ਆਪਣੇ ਆਪਣੇ ਹਰੇਕ ਬੰਦੇ ਦੇ। ਤੁਹਾਡਾ ਆਪਣਾ ਕਾਲਜ ਹੈ, ਤੁਹਾਨੂੰ ਲੱਗਦਾ ਵੀ ਇਹਦੇ ਨਾਲ ਤੁਹਾਨੂੰ ਬੈਨੀਫਿਟ ਹੋਣਾ ਹੈ, ਜਾਂ ਸਰਕਾਰ ਕੋਲ ਤੁਸੀਂ ਪਹਿਲਾਂ ਵੀ ਇਹ ਗੱਲਾਂ ਚੁੱਕੀ? ਦੇਖੋ ਜੈਨ ਸਾਹਿਬ, ਗੱਲ ਇਹ ਹੈ ਵੀ ਇਹ ਤਾਂ ਗੱਲਾਂ ਹਜੇ ਮਤਲਬ ਜਦੋਂ ਇਹ ਗਰਾਊਂਡ ਲੈਵਲ 'ਤੇ ਆਉਣਗੀਆਂ, ਜਦੋਂ ਵਿਚਰਨਗੀਆਂ ਵਿੱਚ ਆ ਕੇ, ਇਹਨਾਂ ਗੱਲਾਂ ਦੀ ਤਾਂ ਅਸੀਂ ਪੁਸ਼ਟੀ ਫੇਰ ਹੀ ਕਰ ਸਕਦੇ ਹਾਂ। ਪਰ ਮੈਨੂੰ ਨਿੱਜੀ ਤੌਰ 'ਤੇ ਇਹ ਬਹੁਤ ਅੱਛਾ ਲੱਗਿਆ, ਜਿਸ ਤਰ੍ਹਾਂ ਗੱਲ ਹੁੰਦੀ ਰਹਿੰਦੀ ਸੀ ਵੀ ਇਹ ਹੋਣਾ ਚਾਹੀਦਾ, ਸਿੱਖਿਆ ਪ੍ਰਣਾਲੀ ਦੇ ਵਿੱਚ ਸੁਧਾਰ ਹੋਣਾ ਚਾਹੀਦਾ, ਅਤੇ 35-36 ਸਾਲ ਤਕਰੀਬਨ 34 ਸਾਲਾਂ ਬਾਅਦ ਇਹ ਸੁਧਾਰ ਹੋਇਆ। ਮੈਨੂੰ ਤਾਂ ਜੀ ਬਹੁਤ ਠੀਕ ਲੱਗਿਆ, ਅੱਛਾ ਲੱਗਿਆ। ਜਿਵੇਂ ਕਿ ਇਸ ਪਾਲਿਸੀ 'ਚ ਕੁਝ ਡਿਸੀਜਨਸ ਨੇ ਉਹ ਬਹੁਤ ਜ਼ਿਆਦਾ ਬੱਚਿਆਂ ਲਈ ਵੀ, ਈਵਨ ਜੋ ਸਟੇਕ ਹੋਲਡਰਸ ਲਈ, ਤਾਂ ਸਾਰਿਆਂ ਲਈ ਬੜੇ ਫਰੂਟਫੁਲ ਨੇ। ਜਾਂ ਸਟੂਡੈਂਟਸ ਲਈ ਸਕੂਲ ਐਜੂਕੇਸ਼ਨ 'ਚ ਬਹੁਤ ਜ਼ਿਆਦਾ ਅੱਛੇ ਰਿਫਾਰਮਸ ਕੀਤੇ ਹਨ। ਬੱਚਿਆਂ ਦੇ ਜੋ ਕਰਿਕਲਮ ਹੈ, ਉਹਨਾਂ ਦਾ ਸਿਲੇਬਸ ਹੈ, ਜੋ ਉਹਨਾਂ ਦੇ ਬੋਰਡ ਐਗਜ਼ਾਮਸ ਨੇ, ਉਹਨਾਂ ਦਾ ਕਾਫੀ ਹੱਦ ਤੱਕ ਬੱਚਿਆਂ ਨੂੰ ਲਾਈਟ ਕੀਤਾ ਹੈ ਇਸ ਚੀਜ਼ 'ਚ। ਅਤੇ ਸਟੂਡੈਂਟਸ ਲਈ ਜਿੱਦਾਂ ਜੋ ਅਪ ਟੂ 5th ਸਟੈਂਡਰਡ ਤੱਕ ਜੋ ਉਹਨਾਂ ਦੀ ਮਦਰ ਲੈਂਗੁਏਜ ਹੈ ਉਹ ਹੀ ਟੀਚ ਹੋਣੀ ਹੈ। ਅਤੇ ਮੇਨ ਜੋ ਇਸ ਚੀਜ਼ 'ਚ ਜੋ ਰੋਲ ਪਲੇ ਕੀਤਾ ਉਹ ਸਕਿੱਲ ਡਿਵੈਲਪਮੈਂਟ ਦਾ ਹੈ। ਤਾਂ ਸਕਿੱਲ ਡਿਵੈਲਪਮੈਂਟ ਆਫਟਰ 6th ਹੀ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਦਾ ਜੋ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ, ਉਹ ਬਹੁਤ ਹੀ ਜ਼ਿਆਦਾ ਪੋਜ਼ੀਟਿਵ ਜਾਣਾ ਬੱਚਿਆਂ ਲਈ। ਅਤੇ ਇਸ ਤੋਂ ਬਾਅਦ ਜਿੱਦਾਂ ਸਾਰੇ ਕਾਲਜਿਸ ਲਈ, ਯੂਨੀਵਰਸਿਟੀਜ਼ ਲਈ ਤਾਂ ਇੱਕੋ ਹੀ ਮਤਲਬ ਰੈਗੂਲੇਟਰੀ ਬਾਡੀ ਜੋ ਇਹਨਾਂ ਨੇ ਕੀਤੀ ਹੈ, ਤਾਂ ਉਹ ਇਸ ਚੀਜ਼ ਤੋਂ ਹੀ ਸ਼ੋ ਹੁੰਦਾ ਕਿ ਯੂਨੀਫਾਰਮਿਟੀ ਬਣੀ ਰਹੇਗੀ। ਕੋਈ ਵੀ ਕਾਲਜ ਜਾਂ ਯੂਨੀਵਰਸਿਟੀ ਇੱਕੋ ਹੀ ਮਤਲਬ ਰੈਗੂਲੇਸ਼ਨ ਦੇ ਅੰਡਰ ਚੱਲਣਗੇ। ਐਂਡ UGC AICT is also merged in this policy। ਸੋ ਬਹੁਤ ਕੁਛ ਹੈਗਾ, ਬਹੁਤ ਜ਼ਿਆਦਾ ਮਤਲਬ ਮਾਡਰਨਾਈਜ਼ ਕੀਤਾ ਐਜੂਕੇਸ਼ਨ ਨੂੰ। ਜਿਵੇਂ ਆਪਾਂ ਪਹਿਲਾਂ ਸੋਚਦੇ ਸੀਗੇ ਕਿ ਨਹੀਂ ਇੰਡੀਆ ਦਾ ਐਜੂਕੇਸ਼ਨ ਸਿਸਟਮ ਇੱਦਾਂ ਹੈ, ਲੇਕਿਨ ਇਹ ਪਾਲਿਸੀ ਆਉਣ ਨਾਲ ਬਹੁਤ ਜ਼ਿਆਦਾ ਚੇਂਜਿਸ ਹੋਣੀਆਂ ਨੇ। ਬੱਚਿਆਂ ਨੂੰ ਈਵਨ ਸਟੂਡੈਂਟਸ ਇੱਕੋ ਹੀ ਟਾਈਮ 'ਚ 2 ਕੋਰਸਿਸ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਉਹ ਮੇਜਰ ਐਂਡ ਮਾਈਨਰ ਸਬਜੈਕਟਸ ਚੂਜ਼ ਕਰ ਸਕਦੇ ਹੈ। ਤਾਂ ਦੇਰ ਆਰ ਮੈਨੀ ਥਿੰਗਸ ਜੋ ਬੱਚਿਆਂ ਲਈ ਕਾਫੀ ਫਰੂਟਫੁਲ ਰਹਿਣਗੇ। ਅਤੇ ਵੀ ਵੈਲਕਮ ਔਨ ਬਿਹਾਫ ਆਫ ਵਿਦਿਆਰਥਨ ਗਰੁੱਪ ਆਫ ਕਾਲਜਿਸ ਇਹ ਪਾਲਿਸੀ ਜੋ ਗਵਰਨਮੈਂਟ ਆਫ ਇੰਡੀਆ ਵੱਲੋਂ ਲਾਂਚ ਕੀਤੀ ਗਈ ਹੈ, ਰਿਫਾਰਮ ਕੀਤੀ ਗਈ ਹੈ। ਅਸੀਂ ਉਸ 'ਤੇ ਬਖੂਬੀ। ਮਨਦੀਪ ਸ਼ਰਮਾ, ਮੈਂ ਆਪਣੇ ਕਾਲਜ ਦੇ ਬਿਹਾਫ 'ਤੇ ਆਪਣੀ ਸਰਕਾਰ ਦੀ ਨਿਊ ਐਜੂਕੇਸ਼ਨ ਪਾਲਿਸੀ ਦਾ ਵਾਰਮ ਵੈਲਕਮ ਕਰਦੀ ਹਾਂ, ਕਿਉਂਕਿ ਇਹ ਜਿਹੜੀ ਐਜੂਕੇਸ਼ਨ ਪਾਲਿਸੀ ਇਹ ਬਹੁਤ ਹੀ ਵਧੀਆ ਬੈਨੀਫਿਟਸ ਨਾਲ ਸਾਹਮਣੇ ਆਈ ਹੈ। ਜਿਸ ਤਰ੍ਹਾਂ ਜਿਹਦੇ ਵਿੱਚੋਂ ਮੈਂ ਕੁਝ ਹਾਈਲਾਈਟਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਜਿਸ ਤਰ੍ਹਾਂ ਇਹ ਨਿਊ ਫਾਰਮੂਲਾ ਹੈ 5+3+3+4, it comes out with a lot of benefits for the students as well as the colleges and schools।
ਐਂਡ ਜਿਸ ਦੇ ਨਾਲ ਹੀ ਇਹ ਪਾਲਿਸੀ ਦੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਵੀ ਸਟੂਡੈਂਟ ਹੈਗੇ ਨੇਗੇ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਮੇਜਰ ਤੇ ਮਾਈਨਰ ਸਬਜੈਕਟ ਚੂਜ਼ ਕਰ ਸਕਦੇ ਨੇ, ਜੋ ਕਿ ਬੱਚਿਆਂ ਦੇ ਲਈ ਬੇਹੱਦ ਖੁਸ਼ੀ ਦੀ ਗੱਲ ਹੈ। ਤੇ ਦੂਸਰੀ ਜਿਹੜੀ ਗੱਲ ਹੈਗੀ ਇਹਦੇ ਵਿੱਚ ਕਿ ਇਸਨੇ +2 ਬੋਰਡ ਜਿਹੜਾ ਹੈ ਡ੍ਰੌਪ ਆਊਟ ਕਰ ਦਿੱਤਾ ਹੈ, ਐਮਏ ਲਈ ਐਮਫਿਲ ਡ੍ਰੌਪ ਆਊਟ ਕਰ ਦਿੱਤੀ ਹੈ। ਐਮਏ ਦੇ ਸਟੂਡੈਂਟਸ ਨੂੰ ਐਮਫਿਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿ ਪੀਐਚਡੀ ਦੇ ਵਿੱਚ ਜਾਣ ਦੇ ਲਈ। ਤੇ ਸਭ ਤੋਂ ਵੱਡੀ ਗੱਲ ਇਸ ਪਾਲਿਸੀ ਦੇ ਵਿੱਚ ਇਹ ਹੈ ਕਿ ਕਿਸੇ ਵੀ ਬੱਚੇ ਦਾ ਕੋਈ ਵੀ ਸਾਲ ਵੇਸਟ ਨਹੀਂ ਜਾਊਗਾ। ਜਿਵੇਂ ਕਿ ਇੱਕ ਬੱਚਾ ਮਤਲਬ ਜੋ ਸਾਲ ਤੋਂ ਬਾਅਦ ਡ੍ਰੌਪ ਆਊਟ ਹੋਣਾ ਚਾਹੁੰਦਾ ਫॉर ਐਨੀ ਪਰਸਨਲ ਰੀਜ਼ਨ, ਤਾਂ ਉਸ ਨੂੰ 1 ਸਾਲ ਜੇ ਉਹਨੇ ਸਟੱਡੀ ਕੀਤੀ ਹੈ ਤਾਂ ਉਸ ਚੀਜ਼ ਦਾ ਉਹਨੂੰ ਬੇਸਿਕ ਸਰਟੀਫਿਕੇਟ, ਦੂਸਰੇ ਸਾਲ ਦੀ ਸਟੱਡੀ ਜੇ ਬਾਅਦ ਉਹ ਡ੍ਰੌਪ ਆਊਟ ਹੋਣਾ ਚਾਹੁੰਦਾ ਹੈ ਤਾਂ ਦੂਸਰੇ ਸਾਲ ਦਾ ਉਹਨੂੰ ਜਿਹੜਾ ਹੈ ਡਿਪਲੋਮਾ ਸਰਟੀਫਿਕੇਟ ਐਂਡ ਨੈਕਸਟ ਉਹਨੂੰ ਡਿਗਰੀ ਮਿਲ ਜਾਏਗੀ। ਤੇ ਸਭ ਤੋਂ ਵੱਡੀ ਗੱਲ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਸਾਰੇ ਹੀ ਯੂਨੀਵਰਸਿਟੀਜ਼ ਨੇ ਜਿਹੜੀਆਂ ਲੋਕਲ ਨੇ, ਡੀਮਡ ਨੇ, ਵੋਕੇਸ਼ਨਲ ਨੇ, ਪਬਲਿਕ ਨੇ, ਪ੍ਰਾਈਵੇਟ ਨੇ, ਸਭ ਦੇ ਰੂਲਸ ਰੈਗੂਲੇਸ਼ਨ ਸੇਮ ਹੋਣਗੇ। ਕਿਵੇਂ ਦੇਖਦੇ ਹੋ ਜੀ ਸਟੂਡੈਂਟਾਂ ਨੂੰ ਕੋਈ ਬੋਝ ਘਟੇਗਾ ਇਹਦੇ ਨਾਲ, ਜਿਹੜੀ ਪਾਲਿਸੀ ਨਵੀਂ ਬਣਾਈ ਹੈ ਸਰਕਾਰ ਨੇ, ਕਿੰਨਾ ਕੁ ਫਰਕ ਪਏਗਾ? ਬਿਲਕੁਲ ਬੱਚਿਆਂ ਦੇ ਲਈ ਇਹ ਬਹੁਤ ਹੀ ਰਿਲੀਫ ਲੈ ਕੇ ਆਈ ਹੈ ਪਾਲਿਸੀ, ਕਿਉਂਕਿ ਬੱਚੇ ਜੋ ਮਤਲਬ ਕੁਝ ਸਮੇਂ ਦੇ ਲਈ ਡ੍ਰੌਪ ਆਊਟ ਕਰਨਾ ਚਾਹੁੰਦੇ ਸੀ ਆਪਣੇ ਕੋਰਸ ਨੂੰ, ਉਹ ਡ੍ਰੌਪ ਆਊਟ ਕਰਕੇ ਨੈਕਸਟ ਜਦੋਂ ਉਹਨਾਂ ਨੂੰ ਕੰਫਰਟੇਬਲ ਲੱਗਦਾ ਉਹ ਉੱਥੋਂ ਹੀ ਕੰਟੀਨਿਊ ਕਰ ਸਕਦੇ ਨੇ। ਇਹ ਆਪਣੀ ਕ੍ਰੈਡਿਟ ਪਾਲਿਸੀ ਦੇ ਅਧੀਨ ਆਈ ਹੈ ਕਿ ਹਰ ਗ੍ਰੈਜੂਏਸ਼ਨ ਸਟੂਡੈਂਟ ਦਾ ਹਰ ਸਾਲ ਦਾ ਇੱਕ ਕ੍ਰੈਡਿਟ ਕੈਲਕੂਲੇਟ ਹੋਏਗਾ ਤੇ ਉਹ ਕ੍ਰੈਡਿਟ ਨੂੰ ਹੀ ਲੈ ਕੇ ਉਹ ਅੱਗੇ ਫਰਦਰ ਸਟੱਡੀ ਨੂੰ ਕੰਟੀਨਿਊ ਤੇ ਕੁਝ ਟਾਈਮ ਦੇ ਲਈ ਉਹ ਬਿਟਵੀਨ ਬ੍ਰੇਕ ਲੈ ਸਕਦਾ ਹੈ। ਇਸ ਨਿਊ ਗਵਰਨਮੈਂਟ ਐਜੂਕੇਸ਼ਨ ਪਾਲਿਸੀ ਨਾਲ ਬੱਚਿਆਂ ਅਤੇ ਉਹਨਾਂ ਦੇ ਪੇਰੈਂਟਸ ਨੂੰ ਬਹੁਤ ਹੀ ਫਾਇਦਾ ਹੋਊਗਾ, ਕਿਉਂਕਿ ਇਹ ਪਾਲਿਸੀ ਟਾਈਮ ਸੇਵਿੰਗ ਤੇ ਮਨੀ ਸੇਵਿੰਗ ਹੈ। ਜਿਸ ਤਰ੍ਹਾਂ ਐਮਏ ਦੇ ਬਾਅਦ ਐਮਫਿਲ ਕਰਨ ਦੀ ਜ਼ਰੂਰਤ ਪੈਂਦੀ ਸੀ ਤਾਂ ਉਹ ਐਮਫਿਲ ਜੋ ਹੈ ਉਹ ਟਾਈਮ ਸੇਵ ਹੋ ਗਿਆ ਬੱਚਿਆਂ ਦਾ, ਪਲੱਸ ਉਹਨਾਂ ਦੀ ਮਨੀ ਵੀ ਸੇਵ ਹੋ ਗਈ ਕਿਉਂਕਿ ਉਹ ਡਾਇਰੈਕਟ ਪੀਐਚਡੀ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ। ਸਰ ਪ੍ਰੈਜ਼ੈਂਟਲੀ ਮੈਂ ਐਮਐਡ ਪਰਸੂਇੰਗ ਆ ਸਰ। ਬੈਨੀਫਿਟ ਹੈਗੇ ਨੇ ਓਬਵੀਅਸਲੀ ਜਿਹੜੀ ਆਪਣੀ ਨੈਸ਼ਨਲ ਪਾਲਿਸੀ ਬਣੀ ਹੈ ਨਵੀਂ। ਇੱਕ ਤਾਂ ਇਹ ਸਾਨੂੰ ਇਹਦਾ ਫਾਇਦਾ ਸਭ ਤੋਂ ਵੱਡਾ ਇਹ ਹੈ ਕਿ ਸਾਨੂੰ ਪਹਿਲਾਂ ਜਦੋਂ ਮਾਸਟਰਸ ਤੋਂ ਬਾਅਦ ਪੀਐਚਡੀ ਕਰਨੀ ਪੈਂਦੀ ਸੀ ਤਾਂ ਜੋ ਵੀ ਇੰਸਟੀਚਿਊਟ ਵਗੈਰਾ ਸੀ ਉਹ ਐਮਫਿਲ ਮੰਗਦੇ ਸੀ, ਠੀਕ ਹੈ। ਤਾਂ ਹੁਣ ਐਮਫਿਲ ਉਹਨਾਂ ਨੇ ਬਿਲਕੁਲ ਹੀ ਟਰਮੀਨੇਟ ਕਰ ਦਿੱਤੀ ਤਾਂ ਹੈ ਨਾ, ਤਾਂ ਸਾਡਾ ਪੈਸਾ ਵੀ ਬਚਿਆ ਓਬਵੀਅਸਲੀ ਤੇ ਸਾਡਾ ਟਾਈਮ ਵੀ ਬਚ ਰਿਹਾ। ਤਾਂ ਹੁਣ ਅਸੀਂ ਘੱਟ ਟਾਈਮ ਦੇ ਵਿੱਚ ਆਪਣੀਆਂ ਜ਼ਿਆਦਾ ਜੋ ਅਸੀਂ ਡਿਗਰੀ ਕਰਨਾ ਚਾਹੁੰਦੇ ਹਾਂ ਉਹ ਅਸੀਂ ਕਰ ਸਕਦੇ ਹਾਂ, ਠੀਕ ਹੈ। ਇੱਕ ਤਾਂ ਸਾਨੂੰ ਇਹ ਫਾਇਦਾ ਹੋਇਆ। ਦੂਸਰਾ ਸਰ ਇਹ ਆ ਕਿ ਦੂਸਰਾ ਆਪਾਂ ਇਹ ਕਹਿ ਸਕਦੇ ਹਾਂ ਸਰ ਕਿ ਜੋ ਫਰਦਰ ਹੁਣ ਜੋ ਨੈਸ਼ਨਲ ਪਾਲਿਸੀ ਬਣੀ ਹੈ ਇਹ ਸਾਰੀ ਕੀ ਹੈ, ਨੌਲੇਜ ਬੇਸਡ ਹੈ, ਇਹ ਕ੍ਰੈਮਿੰਗ ਬੇਸਡ ਨਹੀਂ ਹੈਗੀ। ਜੋ ਆਪਣਾ 34 ਸਾਲ ਪੁਰਾਣਾ ਜੋ ਆਪਣਾ ਐਨਪੀਈ ਜੋ ਆਪਣੇ ਤੋਂ 34 ਸਾਲਾਂ ਤੋਂ ਚੱਲੀ ਆ ਰਹੀ ਸੀ ਉਹ ਇੱਕ ਸਿਸਟਮ ਹੁਣ ਖਤਮ ਕੀਤਾ ਜਾ ਚੁੱਕਾ, ਜੋ ਸਾਡੇ ਸਾਰੇ ਬੱਚਿਆਂ ਲਈ ਇੱਕ ਬਹੁਤ ਖੁਸ਼ੀ ਭਰਿਆ ਰਿਹਾ ਇਹ ਸਰ। ਤੇ ਦੂਸਰੀ ਗੱਲ ਇਹ ਹੈ ਕਿ ਹੁਣ ਸਾਨੂੰ ਲਾਈਕ ਰੱਟਾ ਨਹੀਂ ਮਾਰਨਾ ਪੈਣਾ। ਜੋ ਸਾਡੀ ਨੌਲੇਜ ਦੇ ਬੇਸ 'ਤੇ ਸਾਡੀ ਕੀ ਕੀਤੀ ਜਾਊਗੀ, ਜਜਮੈਂਟ ਕੀਤੀ ਜਾਊਗੀ। ਫਰਦਰ ਅਸੀਂ ਜੌਬਸ 'ਤੇ ਜਾਂਦੇ ਹਾਂ ਤਾਂ ਸਾਡੀ ਸਿਰਫ ਮਾਰਕਸ਼ੀਟ ਨਹੀਂ ਦੇਖਣਗੇ, ਉਹ ਜੋ ਸਾਡੀ ਨੌਲੇਜ ਹੋਊਗੀ ਉਹਨੂੰ ਵੀ ਕੀ ਕੀਤਾ ਜਾਊਗਾ, ਦੇਖਿਆ ਜਾਊਗਾ, ਠੀਕ ਹੈ ਸਰ। ਨੈਕਸਟ ਇਹ ਹੈ ਕਿ ਜੋ ਸਭ ਤੋਂ ਵੱਡੀ ਗੱਲ ਹੈ ਕਿ ਕਈ ਵਾਰ ਕੀ ਹੁੰਦਾ ਸੀ ਕੋਈ ਬੱਚਾ ਵਿੱਚ ਸਟੱਡੀ ਛੱਡ ਦਿੰਦਾ ਸੀ ਕਿਸੇ ਵੀ ਰੀਜ਼ਨ ਕਰਕੇ, ਠੀਕ ਹੈ ਨਾ। ਤਾਂ ਫਿਰ ਉਸ ਤੋਂ ਬਾਅਦ ਜਦੋਂ 2-3-4 ਸਾਲ ਬਾਅਦ ਉਹ ਆਪਣੀ ਦੁਬਾਰਾ ਸਟੱਡੀ ਸ਼ੁਰੂ ਕਰਨਾ ਚਾਹੁੰਦਾ ਸੀ ਤਾਂ ਉਹਨੂੰ ਇੱਕ ਨਵੇਂ ਸਿਰੇ ਤੋਂ ਦੁਬਾਰਾ ਤੋਂ ਸ਼ੁਰੂ ਕਰਨਾ ਪੈਂਦਾ ਸੀ। ਪਰ ਹੁਣ ਕੀ ਹੈ ਕਿ ਅਗਰ ਆਪਾਂ ਟਾਈਮ ਚਾਹੁੰਦੇ ਹਾਂ, ਲੈਟ ਕਰ ਲਓ ਕਿ ਮੈਂ ਹੀ ਕੋਈ ਸਟੱਡੀ ਕਰ ਰਹੀ ਹਾਂ, ਮੈਨੂੰ ਕੋਈ ਦਿੱਕਤ ਆ ਗਈ ਤਾਂ ਮੈਂ ਨਹੀਂ ਪੜ੍ਹ ਪਾ ਰਹੀ ਹੈਗੀ, ਤਾਂ ਮੈਂ ਆਪਣੇ ਉਸ ਟਾਈਮ ਦੇ ਵਿੱਚ ਕੀ ਲੈ ਸਕਦੀ ਹਾਂ, ਬ੍ਰੇਕ ਲੈ ਸਕਦੀ ਹਾਂ। ਦੂਸਰੀ ਚੀਜ਼ ਕੀ ਹੈ ਕਿ ਮੰਨ ਲਓ ਕਈ ਵਾਰ ਕੋਈ ਕੋਰਸ ਹੁੰਦਾ ਕਾਫੀ ਲੰਬਾ ਹੁੰਦਾ ਹੈ ਨਾ, ਤਾਂ ਆਪਾਂ ਆਪਣਾ ਮਨ ਨਹੀਂ ਕਰਦਾ ਜਾਂ ਥੋੜ੍ਹੇ ਟਾਈਮ ਬਾਅਦ ਆਪਾਂ ਅਫੋਰਡ ਨਹੀਂ ਕਰ ਪਾਉਂਦੇ, ਤਾਂ ਇਹ ਕੀ ਹੈ ਕਿ ਆਪਾਂ ਬ੍ਰੇਕ ਲੈ ਕੇ ਉਸ ਕੋਰਸ ਦੇ ਵਿੱਚੋਂ ਆਪਾਂ ਨਵਾਂ ਕੋਰਸ ਕੀ ਕਰ ਸਕਦੇ ਹਾਂ, ਇੱਕ ਸਟਾਰਟ ਕਰ ਸਕਦੇ ਹਾਂ। ਤਾਂ ਇਹ ਇਸ ਮਤਲਬ ਜਿਹੜਾ ਪਾਲਿਸੀ ਦਾ ਸਭ ਤੋਂ ਵੱਡਾ ਆਪਾਂ ਨੂੰ ਕੀ ਹੋਇਆ, ਬੈਨੀਫਿਟ ਹੋਇਆ। ਸਵਾਗਤ ਕਰਦੇ ਹੋ? ਹਾਂਜੀ ਸਰ, ਓਬਵੀਅਸਲੀ ਤਹਿ ਦਿਲੋਂ ਇਸ ਪਾਲਿਸੀ ਦਾ ਅਸੀਂ ਸਵਾਗਤ ਕਰਦੇ ਹਾਂ। ਹਾਂਜੀ, ਬਹੁਤ ਵਧੀਆ ਸੁਧਾਰ ਲਿਆਂਦਾ ਗਿਆ। ਮਤਲਬ ਮੈਨੂੰ ਇਸ ਚੀਜ਼ ਦਾ ਮਤਲਬ ਬਹੁਤ ਖੁਸ਼ੀ ਹੋ ਰਹੀ ਹੈ। ਲਾਈਕ ਜਿਵੇਂ ਪਹਿਲਾਂ ਬੱਚੇ ਸੀਗੇ ਵੀ ਮਤਲਬ ਪ੍ਰੀ ਨਰਸਰੀ, ਨਰਸਰੀ ਇਹ ਚੀਜ਼ ਸੀਗੀ, ਹੁਣ ਇਹ ਵਾਲਾ ਸਿਸਟਮ ਬਿਲਕੁਲ ਹੀ ਖਤਮ ਹੋ ਗਿਆ ਹੈ ਕਿ ਹੁਣ ਬੱਚੇ ਜਿਵੇਂ ਸਟਾਰਟਿੰਗ ਤੋਂ ਉਹਨਾਂ ਨੂੰ ਇੰਗਲਿਸ਼ 'ਤੇ ਹੀ ਰੱਟਾ ਮਰਵਾਇਆ ਜਾਂਦਾ ਸੀ, ਤਾਂ ਹੁਣ ਮਦਰ ਟੰਗ ਦੇ ਵਿੱਚ ਹੀ ਬੱਚਿਆਂ ਨੂੰ ਪੜ੍ਹਾਇਆ ਜਾਊਗਾ। ਅਤੇ ਜਿਵੇਂ ਹੁਣ ਮਤਲਬ ਉਹ ਆਪਣੀ ਰਾਸ਼ਟਰੀ ਭਾਸ਼ਾ ਦੇ ਵਿੱਚ ਪੜ੍ਹਨਗੇ, ਇੰਗਲਿਸ਼ ਨੂੰ ਐਜ਼ ਅ ਇੱਕ ਸਬਜੈਕਟ ਪੜ੍ਹਨਗੇ, ਮਤਲਬ ਉਹਨਾਂ ਲਈ ਕੋਈ ਕੰਪਲਸ਼ਨ ਨਹੀਂ ਹੈ। ਪੰਜਾਬ ਲਈ ਪੰਜਾਬੀ, ਹਾਂਜੀ, ਜਿਵੇਂ ਆਪਣੀ ਰਾਸ਼ਟਰੀ ਭਾਸ਼ਾ ਦੇ ਵਿੱਚ ਪੜ੍ਹਾਇਆ ਜਾਊਗਾ। ਅਤੇ ਦੂਸਰੀ ਗੱਲ ਇਹਦੇ ਵਿੱਚ ਇਹ ਵੀ ਬੈਨੀਫਿਟ ਹੈਗਾ ਕਿ ਪਹਿਲਾਂ ਵੋਕੇਸ਼ਨਲ ਸਬਜੈਕਟ ਸੀ ਜਿਹੜੇ ਆਫਟਰ 10th ਕਲਾਸ ਹੁੰਦੇ ਸੀਗੇ, ਹੁਣ ਮਤਲਬ ਬੱਚਾ 6th ਕਲਾਸ ਤੋਂ ਬਾਅਦ ਵੋਕੇਸ਼ਨਲ ਸਬਜੈਕਟ ਨੂੰ ਚੂਜ਼ ਕਰ ਸਕਦਾ ਹੈ। ਅਤੇ ਮਤਲਬ ਜਿਵੇਂ ਪਹਿਲਾਂ ਸੀਗਾ ਵੀ +1 ਦੇ ਵਿੱਚ ਕੈਮਿਸਟਰੀ, ਫਿਜ਼ਿਕਸ ਜਿਵੇਂ ਇੱਦਾਂ ਦੇ ਸਾਰੇ ਸਬਜੈਕਟ ਹੁੰਦੇ ਸੀ, ਹੁਣ +2 ਨੂੰ ਬਿਲਕੁਲ ਹੀ ਮਤਲਬ ਖਤਮ ਕਰ ਦਿੱਤਾ ਗਿਆ, ਮਤਲਬ ਇੱਕ ਸੈਕੰਡਰੀ ਬੋਰਡ 9th ਤੋਂ ਬਾਅਦ ਸਟਾਰਟ ਕਰ ਦਿੱਤਾ ਗਿਆ। ਤਾਂ ਮਤਲਬ ਇੱਦਾਂ ਦੇ ਬਹੁਤ ਸਾਰੇ ਬੈਨੀਫਿਟਸ ਬੱਚਿਆਂ ਨੂੰ ਜਿਹੜੇ ਨੇ ਹੁਣ ਦੇਖਣ ਨੂੰ ਮਿਲਣਗੇ। ਅਤੇ ਮੀਨਸ ਕੀ ਕਹਿਣਾ ਚਾਹੁੰਦੇ ਇਹਦੇ ਨਾਲ ਜਿਹੜਾ ਹੈਗਾ ਟਾਈਮਿੰਗ ਜਾਂ
ਮਨੀ ਹੈਗਾ ਬੱਚੇ? ਹਾਂਜੀ, ਇਹਦੇ ਨਾਲ ਮਤਲਬ ਸਾਡਾ ਬੱਚਿਆਂ ਦਾ ਵੀ ਲਗਾ ਲਓ, ਸਾਡਾ ਵੀ ਲਾ ਲਓ, ਟਾਈਮ ਵੀ ਬਹੁਤ ਸੇਵ ਹੁੰਦਾ ਤੇ ਨਾਲ ਨਾਲ ਮਤਲਬ ਪੈਸੇ ਦੀ ਤਾਂ ਬੱਚਤ ਹੈ ਹੀ ਗੀ, ਕਿਉਂਕਿ ਪਹਿਲਾਂ ਮਤਲਬ ਜਿਵੇਂ ਹੁਣ ਲਗਾ ਲਓ ਕਿ ਐਮਫਿਲ ਦਾ ਹੀ ਲਗਾ ਲਓ, ਉਹਦੇ ਲਈ ਕਿੰਨਾ ਖਰਚਾ ਆ ਜਾਂਦਾ ਸੀ। ਹੁਣ ਐਮਫਿਲ ਬਿਲਕੁਲ ਹੀ ਟਰਮੀਨੇਟ ਕਰ ਦਿੱਤੀ ਗਈ ਹੈ ਤੇ ਹੁਣ ਉਹ ਸਾਡਾ ਖਰਚਾ ਬਚ ਸਕਦਾ ਤੇ ਅੱਗੇ ਬੱਚੇ ਨਾਲ ਹੀ ਜਿਵੇਂ ਹੁਣ ਕੋਰਸਿਸ ਨੇ, ਜਿਵੇਂ ਗ੍ਰੈਜੂਏਸ਼ਨ ਪਹਿਲਾਂ 3 ਸਾਲ ਦੀ ਹੁੰਦੀ ਸੀ, ਹੁਣ 1 ਸਾਲ ਬਾਅਦ ਹੀ ਉਹਨਾਂ ਨੂੰ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਦਿੱਤਾ ਜਾਊਗਾ, ਸੈਕੰਡ ਈਅਰ ਉਹਨਾਂ ਨੂੰ ਡਿਪਲੋਮੇ ਦਾ ਤੇ ਥਰਡ ਈਅਰ ਉਹਨਾਂ ਨੂੰ ਡਿਗਰੀ ਮਿਲ ਜੂਗੀ। BA ਵੀ 4 ਸਾਲ ਦੀ ਕਰਤੀ, ਕੀ ਲੱਗਦਾ ਉਹਦਾ ਬੈਨੀਫਿਟ ਹੋਏਗਾ? ਹਾਂਜੀ ਬਿਲਕੁਲ ਹੋਏਗਾ ਹੀ, ਕਿਉਂਕਿ ਉਸ ਤੋਂ ਬਾਅਦ ਉਹ MA ਉਹਨਾਂ ਨੂੰ 1 ਸਾਲ ਦੀ ਕਰ ਦਿੱਤੀ ਗਈ ਹੈ। ਹਾਂਜੀ, ਇਹ MA ਤੋਂ ਬਾਅਦ ਜਿਵੇਂ ਸਾਨੂੰ ਪਹਿਲਾਂ MPhil ਕਰਨੀ ਪੈਂਦੀ ਸੀ PhD ਵਾਸਤੇ ਜੀ, ਅਤੇ ਇਸ ਲਈ ਹੁਣ ਜਿਹੜੀ ਸਰਕਾਰ ਨੇ ਜੋ MPhil ਖਤਮ ਕੀਤੀ ਹੈ ਜੀ, ਇਹਦੇ ਨਾਲ ਸਾਡਾ ਮਤਲਬ ਅੱਗੇ ਪੜ੍ਹਾਈ ਦਾ ਬੋਝ ਘੱਟ ਗਿਆ ਜੀ, ਅਤੇ ਇਸ ਨਾਲ ਸਾਡਾ ਖਰਚ ਵੀ ਘਟਿਆ ਜੀ, ਅਤੇ ਜੋ MPhil ਦੇ ਖਰਚ ਆਉਂਦਾ ਸੀ ਉਹ ਅਸੀਂ ਅੱਗੇ PhD 'ਤੇ ਖਰਚ ਕਰ ਸਕਦੇ ਹਾਂ ਜੀ। ਇਹਦੇ ਨਾਲ ਮਤਲਬ ਵਿਦਿਆਰਥੀ ਵਰਗ ਨੂੰ ਵਧੀਆ